ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਾਤ ਸ੍ਰੀ ਮਹੱਲਾ ਪੰਜਵਾ। ਘਰ ਤੀਜਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਕੋਈ ਜਾਣੈ ਕਵਨ ਇਹਾ ਜਗ ਮੀਤ। ਜਿਸ ਹੋਏ ਕਿਰਪਾਲ ਸੋਈ ਬਿਦ ਬੂਝੈ। ਤਾ ਕੀ ਨਿਰਮਲ ਰੀਤ। ਕੋਈ ਜਾਣੈ ਕਵਨ ਇਹਾ ਜਗ ਮੀਤ। ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜਵੇਂ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ, ਆਓ ਬੜੇ ਪਿਆਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਵਚ ਮੇਰੀ। ਜਨਮ ਬੁਝੀ ਸੀਤਲ ਹੋਈ ਮਨ ਸਤਿਗੁਰ ਦਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੇ ਮਿੱਤਰ ਗੁਰਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਤਿਸੰਗ ਕਰਕੇ ਲਾਹਾ ਕਰੋ ਜੀ। ਇੱਕ ਵਾਰ ਵਿਚਾਰਨ ਕਰੋ। ਸਤਿਨਾਮ ਸ੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਾਤ ਸ੍ਰੀ ਮਹੱਲਾ ਪੰਜਵਾ। ਘਰ ਤੀਜਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪੰਜਵੀਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਬਾਣੀ ਜਦ ਸ੍ਰੀ ਰਾਗ ਦੇ ਵਿੱਚ ਇਥੋਂ ਪ੍ਰਾਰੰਭ ਹੋ ਰਹੀ ਹੈ।
कल चौथे पातशाह जी के चौबले समाप्त हुए सन। अज पंजवें पातशाह जी के शब्द प्रारंभ हो रहे हैं। महाराज की नाम के विष शोभत हैं। कामना धार के आए हुए गुरसिखां नूं बुद्ध पुत्र सुख शांति आदि बख्शिश कर रहे सन। गुरसिखां ने सतगुरु साहिब जी के चरणों में बेनती की कि हे सतगुरु जी, संसार के अंदर पुरख के हित करने वाले कौन हैं? संसारी लोगों ने तो तीन मित्र मने ने, धन, संबंधी ते कर्म। ये तीन मित्र होंदे हैं, पर असल दे इन्हां बाबत जे विचार करिए तो धन की मित्रता उन्ना चिर होंदी है जिन्ना चिर प्रारब्ध होवे। जदों प्रारब्ध समाप्त हो जाए तो राजे भी कंगाल होए वेखीदे ने। जकरिया खान जिन्हें बड़ी आदत चुकी हुई सी, ये पुत्री गुजरात पता नहीं केड़ी स्टेट चाह बेच के गुजारा करती है। सो बड़े बड़े लोग कंगाल हो जाते हैं। या धन की मित्रता उन्ना चिर जिन्ना चिर मनुख के शरीर में श्वास है। धन नाल मनुख अपनी सेवा कर सकता है। धन करके शरीर में सुख सहूलतां प्राप्त की जा सकती हैं। पर जिस वेले शरीर विचों श्वास निकल जाते हैं, उस वेले ही धन के मार्ग होर बन जाते हैं। धन की मित्रता खत्म हो जाती है। दूसरे मित्र ने जीव के संबंधी ये उन्ना चिर के मित्र ने जिन्ना चिर पास धन दौलत है। जब दौलत कोल ना रहे तो इंसाफ छड़ के भज जाते हैं। जब ही निज धन देखियो नरको संग छाड़ सब भागे। या संबंधियों की मित्रता उन्ना चिर है जिन्ना चिर मनुख के शरीर को शमशान भूमि में ले जाके उसका दाह संस्कार नहीं कर देंगे। इस आम शब्द संबंधियों की मित्रता बारे लिखी है कि संबंधियों की मित्रता उत्थे खत्म हो जाती है जो संस्कार हो जाता है। मर घट लो सब लोग कुटुंब भयो आगे हम सब अकेला। अजकल तो लाश नहीं मिलते, बीमारी एडी चल रही। छूत जी हाथ मारने में बंदा डिफेक्टेड हो जाता। इसलिए रिश्तेदार भी सोचते भी मन माड़ा तो मर गया। साढ़े तो निके निके न्याणे ने आपा पा के दस लईए। इंज जोड़े संबंधी ने उन्होंने मित्रता बारे है। तीसरे जीव के कर्म मित्र ने जो जीव कर्म करता है वो जो फल प्राप्त होता है। कई कर्म चिर पा के फल बनते हैं, कई जल्दी ही फल दे देते हैं। माड़े कर्म सजा जमाते हैं ते चंगे कर्म जस जमाते हैं। भाव चंगे माड़े कर्म का फल अवश्य भुगतना पैंदा है। अवश्य देव को कर्तव्यम कृतम कर्म सुभाषणम। ये शास्त्रों का वचन है। इस करके गुरबाणी सानू चंगे कर्म करने की प्रेरणा देती है।
ਪਾਤਸ਼ਾਹ ਜੀ ਦਾ ਬਚਨ ਹੈ, ਸੋਈ ਕਰਮ ਕਮਾਏ ਜਿਤ ਮੁਖ ਉਜਲਾ, ਇਹ ਗੁਰਮੁਖ ਪਿਆਰਿਆ ਤੂੰ ਉਹ ਕਰਮ ਕਰ ਜਿਸ ਕਰਮ ਦੇ ਨਾਲ ਤੇਰਾ ਮੁਖ ਉਜਲਾ ਹੋਵੇ। ਸੋ ਜੀ ਮਹਾਰਾਜ ਆਪ ਜੀ ਕਿਰਪਾ ਕਰਕੇ ਦੱਸੋ ਕਿ ਧਨ ਸੰਬੰਧੀ ਤੇ ਕਰਮ ਇਹਨਾਂ ਮਿੱਤਰਾਂ ਦੇ ਵਿੱਚੋਂ ਸੰਸਾਰ ਦੇ ਅੰਦਰ ਕੌਣ ਅਸਲੀ ਸਹਾਇਕ ਮਿੱਤਰ? ਤਾਂ ਸਿੱਖਾਂ ਦੀ ਬੇਨਤੀ ਸੁਣ ਕੇ ਪੰਜਵੇਂ ਸਤਿਗੁਰੂ ਮਹਾਰਾਜ ਨੇ ਜੈਸਰੀ ਰਾਗਮ ਦੇ ਅੰਦਰ ਤੀਜੇ ਸੁਰਤਾਲ ਦੇ ਵਿੱਚ ਇਹ ਪਾਵਨ ਸ਼ਬਦ ਉਚਾਰਨ ਕਰਨ ਨੂੰ ਪਹਿਲਾਂ ਮੰਗਲ ਕੀਤਾ ਹੈ। ਮੰਗਲ ਵੀ ਬੀਜ ਮੰਤਰ ਉਚਾਰ ਕਰਕੇ ਕੀਤਾ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ 533 ਵਾਰ ਆਇਆ ਮੰਨਿਆ ਜਾਂਦਾ ਹੈ, ਜਿਸ ਦਾ ਭਾਵ ਹੈ ਕਿ ਵਾਹਿਗੁਰੂ ਇੱਕ ਹੈ, ਅਦਵੈਤ ਸਤਿ ਪਰਮੇਸ਼ਰ, ਓੰਕਾਰ ਸਤਿ ਪ੍ਰਕਾਸ਼ ਹੈ, ਸਤਿਗੁਰ ਪ੍ਰਸਾਦ ਜੋ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਇਹ ਮੰਗਲ ਉਚਾਰਨ ਕਰਕੇ ਅੱਗੇ ਉਪਦੇਸ਼ ਬਖਸ਼ਦੇ ਹਨ। ਕੋਈ ਜਾਣੈ ਕਵਨ ਇਹਾ ਜਗ ਮੀਤ, ਕੋਈ ਗੱਲਾਂ ਪੱਖੀ ਜਾਣਦਾ ਹੈ ਇਸ ਜਗ ਸੰਸਾਰ ਦੇ ਵਿੱਚ ਮੈਨੂੰ ਪਿਆਰ ਕਰਨ ਵਾਲਾ, ਪਿਆਰ ਕਰਨ ਵਾਲਾ ਜਿਹੜਾ ਅਸਲੀ ਮਿੱਤਰ ਹੈ। ਜਿਸ ਹੋਏ ਕਿਰਪਾਲ ਸੋਈ ਬਿਦ ਬੁਝੈ, ਸੋਈ ਬਿਦ ਬੁਝੈ, ਅਸਲ ਦੇ ਵਿੱਚ ਉਹੀ ਮਿਲਕ ਇਸ ਯੁਗਤੀ ਨੂੰ ਸਮਝ ਸਕਦਾ ਹੈ। ਤਾਕੀ ਨਿਰਮਲ ਰੀਤ, ਨਿਰਮਲ ਉਜਲ ਰੀਤੀ ਮਰਿਆਦਾ ਹੈ, ਜਾਂ ਉਸੇ ਪਰਦੀ ਮਾਇਆ ਦੀ ਮੈਲ ਤੋਂ, ਅਵਿਦਿਆ ਦੀ ਮੈਲ ਤੋਂ, ਅਸਤ ਜੜ ਦੁੱਖ ਸੁਭਾਵਾਂ ਦੀ ਮੈਲ ਤੋਂ ਉਜਲ ਮਰਿਆਦਾ ਹੈ। ਜਿਹੜਾ ਇਹ ਸਮਝ ਲੈਂਦਾ ਹੈ ਇਸ ਜੱਗ ਦੇ ਵਿੱਚ ਇਹ ਤਕਮੀਤ ਨਾ ਦੇਖਿਓ ਕੋਈ ਰਹਾ ਰਹਾਉ ਹੈ। ਇਹੀ ਸਿਧਾਂਤ ਬਣਦੀਆਂ ਹਨ। ਇਸ ਪਾਵਨ ਉਪਦੇਸ਼ ਨੂੰ ਆਪਣੇ ਮਨ ਦੇ ਵਿੱਚ ਰਹਾਉ ਹੀ ਚੁੱਕ ਰਹਾਉ ਵਿਸ਼ਰਾਮ ਦੇ ਕੇ ਪ੍ਰਮਾਣ ਕਰਦੇ ਨੇ। ਮਾਤ ਪਿਤਾ ਬਨਤਾ ਸੁਤ ਬੰਧਪ, ਇਸ ਜੀ ਪੁੱਤਰ ਸੰਬੰਧੀ ਇਸ਼ਟ ਮੀਤ ਅਰ ਭਾਈ, ਪਿਆਰੇ ਮਿੱਤਰ ਅਤੇ ਜੋ ਭਰਾ ਆਦਿਕ ਹਨ। ਪੂਰਬ ਜਨਮ ਕੇ ਮਿਲੇ ਸੰਜੋਗੀ, ਜਨਮਾਂ ਦੇ ਕੀਤੇ ਹੋਏ ਕਰਮਾਂ ਕਰਕੇ ਮਿਲੇ ਹੋਏ ਹਨ, ਜਾਂ ਪੂਰਬਲੇ ਜਨਮਾਂ ਦੇ ਸੰਯੋਗਾਂ ਕਰਕੇ ਜਾਂ ਲੈਣ ਦੇਣ ਦੇ ਸੰਬੰਧ ਕਰਕੇ ਮਿਲੇ ਹੋਏ ਨੇ। ਅੰਤਹ ਕੋ ਨਾ ਸਹਾਈ, ਦੇ ਸਮੇਂ ਇਹਨਾਂ ਵਿੱਚੋਂ ਕੋਈ ਵੀ ਸਹਾਇਕ ਨਹੀਂ ਹੁੰਦਾ, ਅਰਥਾਤ ਅਗਿਆਨਵਸ਼ ਜੀਵ ਇਹਨਾਂ ਸੰਬੰਧੀਆਂ ਨੂੰ ਆਪਣਾ ਸਹਾਇਕ ਨਹੀਂ ਬੈਠਾ ਹੈ, ਪਰ ਅਸਲੀ ਸਹਾਇਕ ਪਰਮੇਸ਼ਰ ਦਾ ਨਾਮ ਹੀ ਹੈ। ਸਹਿਬ ਦਾ ਬਚਨ ਹੈ, ਜੈ ਮਾਤ ਪਿਤਾ ਸਤਿ ਨਾ ਭਾਈ, ਮਨ ਭਗਵਾਨ ਤੇਰੇ ਸੰਗ ਸਾਈ, ਜੈ ਮਹਾਭਿਆਨ ਦੂਤ ਜੰਗਲ ਤੇ ਕੇਵਲ ਨਾਮ ਸੰਗ ਚਿਰ ਜਨ, ਜੈ ਮੁਸਕਲ ਹੋਵੇ ਅਟ ਭਾਰੀ, ਹਰ ਕਰੁਣਾ ਕਿਨ ਮਾਹੀ ਉਧਾਰੀ, ਅਨੰਦ ਗੁਣ ਚਰਨ ਕਰਤਨ ਤਰ, ਹਰ ਕਰੁਣਾ ਕੋਟ ਬਾਗ ਹੈ।
ਇਤਿਹਾਸ ਦੇ ਵਿੱਚ ਇਹਨਾਂ ਪੰਕਤੀਆਂ ਦੇ ਨਾਲ ਇਹ ਸਿਧਾਂਤ ਨੂੰ ਮਿਲਦੇ ਜੁਲਦੇ ਇੱਕ ਭਾਈ ਮਾਧੋ ਦਾਸ ਜੀ ਦੀ ਸਾਖੀ ਦਾ ਜ਼ਿਕਰ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਕਰਨੀ ਦੇ ਪੂਰੇ ਸਿੱਖਾਂ ਵਿੱਚੋਂ ਸੋਝੀ ਖਾਨਦਾਨ ਦੇ ਇੱਕ ਸੰਤ ਮਾਧੋ ਦਾਸ ਜੀ ਹੋਏ ਨੇ, ਜਿਨ੍ਹਾਂ ਨੂੰ ਸਤਿਗੁਰਾਂ ਨੇ ਪ੍ਰਚਾਰ ਕਰਨ ਲਈ ਕਸ਼ਮੀਰ ਦਾ ਇਲਾਕਾ ਦਿੱਤਾ ਹੋਇਆ ਸੀ, ਜਿੱਥੇ ਇਹਨਾਂ ਦੀ ਕਰਨੀ ਦੇ ਪ੍ਰਭਾਵ ਕਰਕੇ ਸਾਰੇ ਲੋਕ ਸਤਿਕਾਰ ਕਰਦੇ ਸਨ ਅਤੇ ਗੁਰਮਤਿ ਵਿਚਾਰਾਂ ਸੁਣਦੇ ਲਾਭ ਵੀ ਉਠਾਉਂਦੇ ਸਨ। ਕਸ਼ਮੀਰ ਦੇ ਸ਼ਾਹੂਕਾਰ ਦੇ 4 ਪੁੱਤਰਾਂ ਵਿੱਚੋਂ ਸਭ ਤੋਂ ਛੋਟਾ ਜੋ ਸੰਤ ਸੇਵੀ ਸੰਤ ਮਲਾਪੀ ਸੀ, ਉਹ ਸੰਤ ਮਾਧੋ ਦਾਸ ਜੀ ਦਾ ਸੰਗੀ ਹੋ ਕੇ ਬਹੁਤ ਸਮਾਂ ਸੇਵਾ ਸਿਮਰਨ ਅਤੇ ਸਤਿਸੰਗਤ ਦੇ ਵਿੱਚ ਬਿਤਾਉਣ ਲੱਗ ਗਿਆ। ਕਥਾ ਵਿੱਚ ਇੰਨਾ ਉਹਦਾ ਨੇਮ ਪ੍ਰਗਟ ਹੋ ਗਿਆ ਕਿ ਕਥਾ ਦੀ ਸਮਾਪਤੀ ਦੀ ਅਰਦਾਸ ਤੋਂ ਬਾਅਦ ਹੀ ਘਰ ਜਾਇਆ ਕਰੇ। ਇੱਕ ਰਾਤ ਨਗਰ ਦੇ ਵਿੱਚ ਕੋਈ ਵੱਡੀ ਚੋਰੀ ਹੋ ਗਈ, ਜਿਸ ਕਾਰਨ ਬਾਦਸ਼ਾਹ ਨੇ ਹੁਕਮ ਦੇ ਦਿੱਤਾ ਕਿ ਪ੍ਰਜਾ ਵਿੱਚੋਂ ਕੋਈ ਵੀ ਮਨੁੱਖ ਅੱਧੀ ਰਾਤ ਤੋਂ ਬਾਅਦ ਜੇ ਤੁਰਿਆ ਫਿਰਦਾ ਪਾਇਆ ਗਿਆ ਤਾਂ ਉਸ ਨੂੰ ਚੋਰ ਸਮਝ ਕੇ ਬਿਨਾਂ ਕੋਈ ਗਣਨਾ ਕੀਤੇ ਸੂਲੀ ਤੇ ਟੰਗ ਦਿੱਤਾ ਜਾਵੇਗਾ। ਸੰਗਤ ਨੇ ਸਭ ਮਾਧੋ ਦਾਸ ਜੀ ਨੂੰ ਬੇਨਤੀ ਕੀਤੀ ਕਿ ਰਾਜੇ ਦਾ ਹੁਕਮ ਹੈ, ਇਸ ਲਈ ਤੁਸੀਂ ਸਮੇਂ ਸਿਰ ਕਥਾ ਦੀ ਸਮਾਪਤੀ ਕਰਨ ਦੀ ਕਿਰਪਾਲਤਾ ਕਰਨੀ। ਮਹਾਂਪੁਰਖਾਂ ਨੇ ਸੰਗਤ ਦੀ ਬੇਨਤੀ ਸਵੀਕਾਰ ਕਰਕੇ ਸਮੇਂ ਅਨੁਸਾਰ ਹੀ ਸਮਾਪਤੀ ਕਰਨੀ ਸ਼ੁਰੂ ਕਰ ਦਿੱਤੀ। ਇੱਕ ਦਿਨ ਮਹਾਂਪੁਰਖਾਂ ਨੂੰ ਕਥਾ ਦਾ ਐਸਾ ਅਹਿਸਾਸ ਆਇਆ ਕਿ ਕਥਾ ਦੀ ਮਸਤੀ ਵਿੱਚ ਸਮੇਂ ਦਾ ਚੇਤਾ ਹੀ ਨਾ ਰਿਹਾ। ਜਦ ਸਮਾਂ ਤੇ ਜਾਂਦਾ ਵਿਖਿਆ ਤਾਂ ਬਾਦਸ਼ਾਹ ਦੇ ਪੈਰ ਤੇ ਸੰਸਨਾ ਉੱਠ ਕੇ ਤਲੀਆਂ ਗਈਆਂ, ਪਰ ਮਹਾਂਪੁਰਖ ਅੱਖਾਂ ਬੰਦ ਕਰਕੇ ਕਥਾ ਕਰੀ ਗਏ। ਇਸ ਤਰ੍ਹਾਂ ਦੇ ਲਦਾਈ ਕੇ ਵਾਲੇ ਮਹਾਂਪੁਰਖ ਹੁੰਦੇ ਸਨ। ਸ਼ਾਇਦ ਜੇ ਮੈਂ ਭੁੱਲਦਾ ਨਾ ਹੋਵਾਂ ਤਾਂ ਮਹਾਂਪੁਰਖ ਸੰਤ ਬਾਬਾ ਦਾਨ ਸਿੰਘ ਜੀ, ਇਹਨਾਂ ਦੇ ਮੈਂ ਦਰਸ਼ਨ ਕੀਤੇ ਨੇ, ਮੈਂ ਤੋਂ ਪਹਿਲੇ ਸੰਤ ਸ਼ਾਇਦ ਵੱਡੇ ਮਹਾਂਪੁਰਖਾਂ ਦੀ ਬਾਤ ਹੈ, ਉਹਨਾਂ ਦੇ ਵੇਲੇ ਦੀ ਉਹਨਾਂ ਦੇ ਵਿਦਿਆਰਥੀ ਸਨ। ਹੁਣ ਵੀ ਦਾਸ ਦੇ ਉਤਾਰ ਗਿਆਨੀ ਸੁਰਜੀਤ ਸਿੰਘ ਜੀ ਸੋਢੀ ਸਾਹਿਬ ਉੱਥੇ ਸੇਵਾ ਨਿਭਾ ਰਹੇ ਨੇ। ਸੰਗਤ ਕੁਦਰਤੀ ਘੱਟ ਆਉਂਦੀ ਹੈ, ਭਾਵੇਂ 6ਵੇਂ ਪਾਤਸ਼ਾਹ ਦਾ ਚਰਨ ਛੋਹ ਸਥਾਨ ਹੈ, ਪਰ ਲੋਕਾਂ ਦਾ ਸੁਭਾਅ ਪਤਾ ਨਹੀਂ ਕਿਸ ਤਰ੍ਹਾਂ ਦਾ ਹੈ। ਜਿੱਥੇ ਰੋਜ਼ ਕਥਾ ਹੋਣ ਲੱਗ ਪਵੇ ਉੱਥੇ ਪੰਡਾਲ ਖਾਲੀ ਮਿਲਦਾ ਹੈ, ਕਦੀ ਕਦਾਈ ਹੋਵੇ ਫਿਰ ਸੰਗਤਾਂ ਤੀਜੇ ਤੌਰ ਤੇ ਪੜੀਆਂ ਹੋਈਆਂ ਨੇ, ਪਰ ਜਿੱਥੇ ਡੇਲੀ ਹੋਣ ਲੱਗ ਪਵੇ ਉੱਥੇ ਸੰਗਤ ਨਹੀਂ ਹੁੰਦੀ। ਕਦੇ ਮਹਾਰਾਜ ਦੀ ਕਿਰਪਾ ਉਹਨਾਂ ਖਾਲੀ ਗੁਰਦੁਆਰੇ 'ਚ ਕਥਾ ਕਰਦੇ ਹੁੰਦਾ ਤੇ ਉੱਚੀ ਬੋਲੀ ਜਾਣਾ, ਜਿਸ ਤਰ੍ਹਾਂ ਬਹੁਤ ਪੰਜਾਹ ਦੇ ਇਕੱਠ ਸੰਬੋਧਨ ਕਰਦੇ ਹੋਣ ਪੂਰੇ ਤਾਣ ਦੇ ਵਿੱਚ। ਵੇਖਣ ਵਾਲੇ ਨੇ ਆਖਿਆ ਸ਼ਾਇਦ ਉਹਨਾਂ ਦੇ ਨਾਲ ਦਾ ਹੀ ਸਿੰਘ ਸੀਗਾ, ਕਹਿਣ ਲੱਗਾ ਬਾਬਾ ਜੀ ਤੁਸੀਂ ਇਹਨਾਂ ਨੂੰ ਉੱਚੀ ਬੋਲਦੇ ਹੋ ਅਤੇ ਕਿੰਨਾ ਟਾਈਮ ਹੈ, 2-2 ਘੰਟੇ ਲੱਗੇ ਰਹਿਣਾ ਬੱਲੇ ਗੁਰਦੁਆਰੇ 'ਚ ਖਾਲੀ ਗੁਰਦੁਆਰਾ ਹੋਣਾ ਅਤੇ ਮਹਾਰਾਜ ਦੀ ਹਜ਼ੂਰੀ 'ਚ ਬੈਠ ਕੇ 2-2 ਘੰਟੇ ਉਹਨਾਂ ਕਥਾ ਕਰਦੇ ਰਹਿਣਾ ਅਤੇ ਉਹਨੂੰ ਵਿਚਾਰੇ ਨੇ ਤੰਗ ਆ ਜਾਣਾ, ਨਾਲ ਬਹਿਣਾ ਬੜਾ ਔਖਾ ਹੈ। ਆਲਸ ਆ ਜਾਂਦਾ, ਸਭ ਮਿਲਦਾ ਅਤੇ ਬੈਠਾ ਨਹੀਂ ਜਾਂਦਾ, ਸੰਗਤ ਹੋਵੇ ਜੀ ਲੱਗਾ ਰਹਿੰਦਾ। ਉਹਨੇ ਕਹਿ ਤਾ ਬਾਬਾ ਜੀ ਨਹੀਂ ਕੋਈ ਸੁਣਨ ਵਾਲਾ ਤਾਂ ਹੈ ਨਹੀਂ,
तो तुम 2-2 घंटे बोली जाते हो, ठीक है, एक मर्यादा है, गुरु घर की सेवादार निभानी पैंती है। संगत भावें आप हाजिरी ना करना भी बाबा जी 2 मिनट लेट हो गया तो क्लास ला देनी है, वो भावें पता ही ना हो भी बोलता की है की हो रहा। ये आम सुभाव है साडा समाज का कि चलो मर्यादा मुताबिक होया 15-20 मिनट का घंटा समय मेला कर लिया, माँ बोलने ने जो कर तुम पता और वे कितनी संगत बैठी हुई है, किन्ने सिंह बाणियां के विच शस्त्रधारी सूर में सीधी फौज वे कितनी कथा सुन रही है। उचारण करो सतनाम श्री वाहिगुरु। उन्होंने निश्चय सीधा। बाकी महापुरुषों ने गुरबाणी पाठ दर्पण के विच श्री अखंड पाठ साहिब की मर्यादा लिखी है और उसके विच ये लिखा है कि जिहड़ा पाठी सिंह श्री अखंड पाठ साहिब दौरान श्री गुरु ग्रंथ साहिब जी की ताबिया हाजिरी करे, मेरे वर्गे मोहल्ले बच्चे जी मेरी गुरदार मेरी थान जोड़ा कोई वेख रहा है आप कल ही पाठ कर रहे हैं या सुस्त मस्त जो बोली रही नहीं जोड़ा कोई सुनता है। भागवत कहते नहीं भाई ये भावना रखनी है कि श्री गुरु ग्रंथ साहिब जी सचमुच ही 10 पातशाहियों का स्वरूप है। जे आप दोहरा पढ़ते हैं दोहरा आज्ञा भई अकाल की तभी चलायो पंथ, सब सखन को हुक्म है गुरु माने ग्रंथ। गुरु ग्रंथ की मानियो प्रगट पदा की दे, जो अब हुक्म लियो चाहे खोज शब्द ले। ये आपको निश्चय भी होना चाहिए कि प्रगट पदा की दे हम जो सचमुच ही गुरु गोबिंद सिंह साहब जी साढ़े कोल बैठे हो या श्री गुरु नानक देव जी महाराज साढ़े सामने बैठे हो तो आप वाले के चरणों में बैठ के जपजी साहिब का पाठ करते हुए उठी बोलेंगे तो नहीं बोलेंगे, ये महाराज भी कहेंगे सतगुरु जी सुन रहे हैं कि आप उची बोल के पाठ सुनाइए। ये सचमुच ही गुरु ग्रंथ साहिब साड़ी भावना है कि साहब 10 पातशाहियों की जोत में ते पाठी सब को हुक्म है कि उची बोल के पाठ करे। कई मेरे वर्गे सिर घुमाई जाएंगे, अखा घुमाई जाएंगे, मुँह तो एक भी अखर नहीं बोलेंगे, भावें 5 बंदे सामने बैठे हो वेखने वाला मुंह देखो भी बाबा जी कर लिया वो सही कमाई जाने बोलेंगे है नहीं सुरती के नाल गानी पढ़नी एक अवस्था है। उन्होंने कोई सिखा के हार जाइए जिन्होंने मन काबिल है कि पर अपने नेतृत्व के आप जिस तरह मर्जी पढ़ सुन सकते हैं। जिथे संगत अखंड पाठ साहिब है या सहज पाठ है उत्थे तो अखर बोल के ही पाठ करने की मर्यादा है, जोड़ा सही तरीका है उंज सुस्ती पै जाती है, पाठ आ जाता तो कई बार हौली कई बार एक रस पढ़न नहीं आ गया। गुरु साहिब को हाजिर नाजिर जान के बधाई के वाले महापुरुष कथा कराया करते कि महाराज हाजिर नाजिर ने वो सिंह कह लगा जो कथा करके थे उदो ही गलबात हो रही थी। एक दिन कथा की समाप्ति हुई, ये समाप्ति के सारी विचार सिंह महापुरुषों ने कर दिया कि तुम 2-2 घंटे बोलते रहते हो तो सुनने वाला कोई होता नहीं, जल्दी को पा दिया करो। बाबा जी कहते भाई सिंह सुनते हैं
ਆਪਾਂ ਨੂੰ ਪਤਾ ਨਹੀਂ ਲੱਗਦਾ। ਇਹ ਗੁਰਦੁਆਰਾ ਤਾਂ ਭਰਿਆ ਹੋਇਆ ਹੈ। ਕਹਿੰਦਾ ਤੁਸੀਂ ਐਵੇਂ ਝੂਠ ਬੋਲਦੇ, ਮੈਨੂੰ ਤਾਂ ਕੋਈ ਦੇਖਦਾ ਨਹੀਂ, ਇੱਥੇ ਕੋਈ ਵੀ ਨਹੀਂ ਹੈ। ਜਦ ਇੰਜਲ ਨੇ ਆਖਿਆ ਕਿ ਮੈਨੂੰ ਤਾਂ ਕੋਈ ਦੇਖਦਾ ਨਹੀਂ, ਉਹ ਮਦਦ ਦੀ ਕੁਝ ਚੰਗਾ ਲੱਗਦਾ, ਜ਼ਬਰਦਸਤ ਲੱਗਿਆ, ਮੇਰਾ ਘਰੋਂ ਨਹੀਂ ਆਇਆ। ਕਿੰਨਾ ਡਰ ਗਿਆ, ਘਬਰਾ ਗਿਆ, ਆਵਾਜ਼ ਆਈ, ਕਹਿੰਦੇ ਮੈਨੂੰ ਪਤਾ ਨਹੀਂ ਲੱਗਦਾ। ਇੰਨੇ ਸਿੰਘ ਸੁਣਨ ਵਾਲੇ ਨੇ ਉਹ ਮੁੜ ਕੇ ਡਰਦਾ ਮੈਂ ਆ ਗਈ ਨਾ। ਮਹਾਂਪੁਰਖਾਂ ਨੇ ਉਹਨੂੰ ਆਪ ਲਾਇਆ ਕਿ ਭਾਈ ਡਰੀਦਾ ਨਹੀਂ, ਮਹਾਰਾਜ ਦੇ ਚਰਨਾਂ ਵਿੱਚ ਤਾਂ ਸੁਖ ਸ਼ਾਂਤੀ ਹੈ, ਤੂੰ ਭਾਵਨਾ ਰੱਖ, ਇਹ ਹਾਜ਼ਰੀ ਭਰਿਆ ਕਰ। ਸੋ ਇਉਂ ਜਿਹੜੀਆਂ ਰੂਹਾਂ ਨੇ ਪਵਿੱਤਰ ਆਤਮਾਵਾਂ, ਜਿਨ੍ਹਾਂ ਨੇ ਗੁਰੂ ਜੀ ਦੇ ਅਦਬ ਸਤਿਕਾਰ ਵਿੱਚ ਧਰਮ ਦੀ ਆਣ ਦੀ ਸ਼ਾਨ ਨੂੰ ਬਰਕਰਾਰ ਰੱਖਣ ਵਾਸਤੇ, ਕੌਮ ਦੀ ਚੜ੍ਹਦੀ ਕਲਾ ਵਾਸਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ, ਉਹ ਪਵਿੱਤਰ ਆਤਮਾਵਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਹੀ ਨਿਵਾਸ ਰੱਖਦੀਆਂ ਨੇ। ਜਿੱਥੇ ਮਹਾਰਾਜ ਦਾ ਨਿਸ਼ਾਨ ਸਾਹਿਬ ਝੂਲਦਾ ਹੈ, ਉੱਥੇ ਦਾ 24 ਘੰਟੇ ਜ਼ਬਰਦਸਤ ਪਹਿਰਾ ਹੁੰਦਾ ਹੈ। ਉਹਨਾਂ ਕਿੱਥੇ ਜਾਣਾ ਜਿਹਨਾਂ ਮਾਲੀ ਦੀ ਯਾਦ ਦੇ ਵਿੱਚ ਸਰੀਰ ਇਕੱਠਾ ਕੀਤਾ। तो मैं तो ये भी सुनिया है कि गुरु गोबिंद सिंह जी तो लैके हुण तक उन्होंने वेले तो जिन्नियां भी रूहां गुरु घर की भेटा चढ़िया निशान सिर से हेठा उड़ीक रही ने कि कदों जो झंडा है निशान सिर सब दुनिया देखने कोई सीमित जगह पर नहीं, सब दुनिया का राज करेगा, खालसा आकी रहे न कोई, पार वाले सा मिलेंगे बचे सजदे हुए, वो दिन उड़ीक रही ने क्योंकि झंडे में चढ़ाने वास्ते उन्होंने बलिदान दिता कि परमात्मा बड़ा बेअंत है, जीवनिया के भावें कामना पूरी करे ना करे, तो जो मर लग्या बंदा रह जाए वो बंदे को जरूर दिखाऊंगा कामना पूरी करता, जिद लगता मन वासना अंत सही करनी हो विचार। आप कथा बाबू विचार कर रहे थे कि संत माधोदास जी कथा के इन्ने प्रेमी सन कि उन्होंने इन्ना रस आया कथा करदिया आप ही उन्होंने गलती हो गई। कथा की मस्ती समय का चेता ही ना रहा। ये तो ब्रह्म ज्ञानियों की मैं कथा सुना रहा, जोड़े मेरे वर्गे प्रचार करते हैं वो तो एवं जान के खंड जहा करते, कई मस्ती संगत चढ़ती है, इन्नी भी मस्ती नहीं चढ़नी चाहिए। समय का ख्याल रखना एक बहुत बड़ी सियाणत है। ये साडी ढिल माठा साड़ी गाफलत है कि आप घड़ी का ख्याल नहीं रखते। जो समा नियत होवे उन्नी की संगत का रस होंगे, जिन्ना समा ऊपर तुरया जाए उन्ना रस संगत। जे 5 मिनट ऊपर चला गया या 10 मिनट फिर तो सारा ही घंटे का रस खत्म हो जाता है, क्योंकि मन काला पै जाता है। ये समय का ख्याल रखना किसी आम है। पर आज भी कथा है ये ब्रह्म ज्ञानियों की है, इन्हों की आप रीस नहीं कर सकते। उन्होंने टाइम का चेता भुल गया, कथा की समाप्ति टाइम से की हुई ना, जब समाप्ति जाता वेखिया बादशाह के डर करके संगत उठ के चली गई। बाहर देखने में अखा बंद करके कथा करी गए। एक तो शाहूकार का लड़का बैठा गया जोड़ा मेन आगा डेली उत्ते कथा सुना भी गलती हो गई। जब महापुरखों ने अखा खोलिया तो की देखिया कि सारे उठ के चले गए, कोई लड़का कोई आई नहीं। महापुर कह लगे कि मैनू तो समय का चेता नहीं रहा, गुरु का जिथे और उठ के चले गए तो तू भी चले जाना सीगा। वो बच्चा कह लगा महाराज जी मैं चलिया जाता, एक तो मेरे श्रोते को लाज लग गई, क्योंकि
जे विच उठ के चले जाइए तो सुनाने वाला महसूस करता पता नहीं इनू मेरी गल चंगी नहीं लगी। दूजा मेरा ढिड उठता, तीजा कथा का राजा उठता, क्योंकि शब्द की समाप्ति को पहला उठना शब्द का आदर है। हुक्मनामा चल रहा है, अरदास चल रही है, अरदास सरवण करिए, हुक्मनामा चल रहा है, हुक्मनामा सरवण करिए, कीर्तन चल रहा है और शब्द का भोग पैठ के उठी है। तो इवं कथा का आदर होना सही एक श्रोता नहीं गया कि एक भी सुनने वाला नहीं गया। इस करके गुरु दियाँ खुशियाँ नहीं सी होनिया। चौथा कथा का रश छड़ के मैं जा नहीं सकिया, उठन का चेता ही भुल गया। ना जान करके भावें राजे के हुक्म की उलंघना हुई है, पर मैंने खुशी हुई है कि मैं गुरु का हुक्म मनिया, पूरी कथा सुनी है। महापुरुषों के अंदरों शीश निकल के बच्चा तेरा गुरु रखा है। ये बच्चा जब घर में होया तो अधी रात को समा रोहन करके पुलिस ने फड़ लिया। इन्हें पूछने को दसिया कि मैं फलाने शाहूकार का पुत्र हाँ। बादशाह के सामने पेश किया गया तो बादशाह ने शाहूकार को ला के पूछा भी तेरा ही पुत्र। तो शाहूकार ने अपने पुत्र वालों घर का काम ना करके थोड़ी सी वैसे काम करता सीगा। सारी दिहाड़ी अपनी दुकान पर बैठना, अपने भरावां के नालों ज़्यादा काम करना, पर शामां पईआं जब दुकान बंद हो जानी, दूजे ने तो ताश खेडण चले जाना, किसी ने होर चूहेबाजी वाले पासे, कोई होर पासे। पर यह मुंडा इन्हें कथा सुन तुराना शाहूकार ने रोकना पड़ा सीगा भी तू संगत में जाया कर। वो ईर्खा करता सीगा कि मेरा ये हुक्म नहीं मानता, ये दुखी होता सी। तो उन्हें ईर्खा वास्ते कह दिता कहता मेरा कुछ नहीं लगता। इतना आम दुखी हो के लोग कह ही दिए भी मेरा कुछ नहीं लगता। माता ने भी आगे वचन कर दिते, पुत्र के स्त्री के भरा ये सब देख के कि पुलिस का फड़िया गया है, सारे मुकर गए। अगले सोचा भी आप थोड़ा मरना, इन्हें मारना तो है अरे यही गलती है, जे आप भी हामी भरी वो सानू भी फड़ के ले जाएंगे। क्यों डरदे मारे मुकर ही गए। पुराना समय इस तरह का लंघिया है, मैं अखा ना वेखिया लोगों ने एफीडेविट सरकारी मोह रेट ला के अपने सैन करके सगे माँ प्यो भैन भरावां ठाणे के देते कि जो साडा मुंडा साडा कुछ नहीं लगता, जिथे तुहानूं मिले फड़ के भावें मार दिओ, जो मर्जी कर दो, साडा कुछ नहीं है। कई बेदखल कर देते। इन्ना कष्ट भरिया समा सिंघां ते गुजर गया। पर गुरु साहिब ने हर मौके अपने पंथ की अगवाई की। औखी घड़ी न देखण दे, अपना बिरद संभाले, आदमी राखे अपने गौ, सा मत पाले। प्रभ सिंह लाग दे गुरु मेरा चीत, आनंद सदा सहाय, आनंद सदा सहाय, तन हमारा पीत रहा। मन विलास भरे साहिब होके, अचरज देव लड़ाई। हर सिमर सिमर आनंद कर नानक, भगपूरन पैर काई। जब घर के सारी मुकर गए भी साडा कुछ नहीं लगता, क्योंकि बादशाह जी अपने सारे डरे हुए सन। पर सुनी चढ़ाने को पहला राजे ने पूछा कि तेरा कोई होर भी मेल मिलापी है जिहड़ा तेरी पहचान कर सके। तो उन्हें संत माधोदास का नाम लिया, संत माधोदास। तब बादशाह ने माधोदास को तुरंत बुलाया। जब
ਤੁਸੀਂ ਇਹਨੂੰ ਮੇਰਾ ਚੇਲਾ ਕਹੋ, ਤੇ ਭਾਵੇਂ ਪੁੱਤਰ ਕਹੋ, ਤੇ ਭਾਵੇਂ ਸਤਸੰਗੀ ਕਹੋ, ਇਹ ਮੇਰਾ ਸਰਸਵਤੀ ਲੱਗਦਾ ਹੈ। ਬਾਦਸ਼ਾਹ ਨੇ ਕਿਹਾ ਸਰਸਵਤੀ ਜੀ ਇਹ ਹਵਾਲਾ ਕਰਦੀ ਕਰਦਾ ਫੜਿਆ ਗਿਆ, ਅੱਧੀ ਰਾਤ ਦਾ ਕੋਈ ਸਤਸੰਗਤ ਨਹੀਂ ਹੋ ਰਹੀ ਸੀ। ਮੇਰੇ ਹੁਕਮ ਮੁਤਾਬਕ ਮੈਂ ਅੱਧੀ ਰਾਤ ਤੋਂ ਬਾਅਦ ਫੜੇ ਜਾਣ ਕਰਕੇ ਇਹਨੂੰ ਸੂਲੀ ਤੇ ਚੜ੍ਹਨ ਦਾ ਹੁਕਮ ਲੱਗਾ ਹੈ, ਤੇ ਮੈਂ ਸੂਲੀ ਤੇ ਚੜ੍ਹਨ ਦਾ ਹੁਕਮ ਦੇ ਦਿੱਤਾ। ਹੁਣ ਸਾਰੀ ਤਿਆਰੀ ਹੈ। ਸੰਤ ਮਾਧੋ ਰਾਜ ਜੀ ਕਹਿੰਦੇ ਵੀ ਬਾਦਸ਼ਾਹ ਸਮਝ ਮਾਰੇ ਜੋ ਨਹੀਂ ਬੇਗੁਨਾਹ ਹੈ, ਅਗਰ ਅੱਧੀ ਰਾਤ ਤੋਂ ਬਾਅਦ ਮੈਂ ਗੁਨਾਹ ਮੰਨਦਾ ਤੇ ਸਜ਼ਾ ਮੈਨੂੰ ਦੇ, ਕਿਉਂਕਿ ਮੇਰੀ ਵਜ੍ਹਾ ਕਰਕੇ ਦੇਰੀ ਨਾਲ ਗਿਆ ਸੀ। ਜੇ ਮੈਂ ਕਦਰ ਦੀ ਸਮਾਪਤੀ ਸਮੇਂ ਸਿਰ ਕਰ ਦਿੰਦਾ ਤਾਂ ਇਹਦੀ ਇਹ ਦੁਰਦਸ਼ਾ ਨਾ ਹੁੰਦੀ। ਇਹ ਸਾਧ ਬੰਦਾ ਹੋਇਆ ਵੀ ਚੋਰ ਨਾ ਵੱਜਦਾ। ਅਸਲ ਦੇ ਵਿੱਚ ਆਮ ਤੌਰ 'ਤੇ ਪੁਲਿਸ ਵਾਲਿਆਂ ਦੇ ਹੱਥ ਚੰਗੇ ਬੰਦੇ ਲੱਗਦੇ ਨੇ, ਕਿਉਂਕਿ ਚੰਗੇ ਬੰਦੇ ਨੂੰ ਯਕੀਨ ਹੁੰਦਾ ਕਿ ਮੈਂ ਤਾਂ ਕੋਈ ਗੁਨਾਹ ਕੀਤਾ ਨਹੀਂ, ਨਾ ਮੈਂ ਚੋਰੀ ਨਹੀਂ ਜਾਣੀ। ਇਸ ਲਈ ਉਹ ਅੜੇ ਰਹਿੰਦੇ ਨੇ, ਆਪਣੀ ਜਗ੍ਹਾ 'ਤੇ ਬੈਠੇ ਖਲੋਤੇ ਰਹਿੰਦੇ। ਜਿਹੜੇ ਮਾੜੇ ਬੰਦੇ ਹੁੰਦੇ ਨੇ ਦੌੜ ਜਾਂਦੇ ਨੇ, ਉਹ ਹੱਥ ਨਹੀਂ ਆਉਂਦੇ, ਉਹਨਾਂ ਨੂੰ ਪਤਾ ਵੀ ਕਟਾਈ ਹੋਊਗੀ। ਇਸ ਵਾਸਤੇ ਤਮਗੇ ਲੈਣ ਵਾਸਤੇ ਵੀ ਲੋਕ ਇਹ ਗੁਨਾਹ ਕਰਦੇ ਨੇ, ਚੰਗੀਆਂ ਨੂੰ ਪਕੜ ਕੇ ਸਜ਼ਾ ਦੇ ਕੇ ਤਮਗਾ ਲੈ ਲੈਣਾ ਕਿ ਆਪਾਂ ਗੁਨਾਹਗਾਰ ਬਣ ਗਏ ਹਨ। ਪੁਰਾਣਾ ਟਾਈਮ ਸੀਗਾ, ਸਤੀਆਂ ਹਵਾਵਾਂ ਦੇ ਵਿੱਚ ਤੁਸੀਂ ਸੱਚ ਨਹੀਂ ਮੰਨਣਾ। ਮਖੂ ਦੇ ਕੋਲ ਇੱਕ ਬਡਾਲਾ ਪੈਂਦਾ, ਬਡਾਲਾ ਇੱਕ ਤਾਂ ਸਾਡੇ ਵਡਪਾਲਾ ਦੇ ਕੋਲ ਹੈ, ਬਿਲਕੁਲ ਸਾਡੇ ਪਿੰਡ ਦੇ ਨਾਲ ਹੀ। ਇੱਕ ਮਖੂ ਦੇ ਕੋਲ ਹੈ, ਉੱਥੋਂ ਦੇ ਇੱਕ ਖਾਟੂ ਸਿੰਘ ਹੋਏ ਭਾਈ ਗੁਰਨਾਮ ਸਿੰਘ ਜੀ ਬਡਾਲਾ, ਪੱਕਾ ਜਿਹਾ ਰੰਗ ਹੈ, ਉਹ ਅਜੇ ਵੀ ਜਿਉਂਦੇ ਨੇ। ਤੇ ਇਨਾਮ ਲੈਣ ਵਾਲਿਆਂ ਨੇ ਕੋਈ ਹੋਰ ਹੀ ਬੰਦਾ ਮਾਰ ਕੇ ਕਹਿਤਾ ਵੀ ਗੁਰਨਾਮ ਸਿੰਘ ਮਾਰੇ ਗਏ, 5 ਲੱਖ ਰੁਪਏ ਦਾ ਖਾ ਲਿਆ। ਸੱਚ ਨਹੀਂ ਮੰਨੋ, ਉਹ ਜਿਉਂਦਾ ਕਰਾ ਫਿਰ ਆਪਾਂ ਮੈਨੂੰ ਵੀ ਜਾਂਦੇ ਹੁੰਦੇ, ਉਹਨੇ ਮਾੜਾ ਬੜੀ ਨਹੀਂ ਬਾਣੀ ਬੜੀ ਨਹੀਂ। ਤੋ ਮੌਕਾ ਬਣਿਆ, ਇੱਕ ਮੌਕੇ ਪਤਾ ਚੱਲ ਗਿਆ, ਉਹ ਸਾਰਾ ਕੇਸ ਦਫਾ ਦਫਾ ਹੋਇਆ। ਜੇਲ੍ਹ ਜੋ ਸਭ ਕੁਛ ਸਮਾਪਤ ਹੋ ਕੇ ਪ੍ਰੈਕਟੀਕਲ ਅੰਮ੍ਰਿਤਸਰ ਸ਼ਹਿਰ ਤੇ ਉਹਨਾਂ ਦਾ ਕਾਫੀ ਅੱਛਾ ਕਾਰੋਬਾਰ ਹੈ। ਮੈਂ ਇੱਕ ਉਦਾਹਰਨ ਦਿੱਤੀ ਹੈ ਕਿ ਅਸਲੀ ਬੰਦੇ ਆਪਣਾ ਬਚਾਅ ਕਰ ਲੈਂਦੇ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ, ਉਹਨਾਂ ਨੂੰ ਤਰੀਕੇ ਵੀ ਪਤਾ ਹੁੰਦੇ, ਭਲੇ ਮਾਨਸ ਕਾਬੂ ਹੁੰਦੇ ਨੇ। ਰੱਬ ਵਿਚਾਰ ਕਹਿਣ ਲੱਗੇ ਵੀ ਇਹ ਸਾਧੂ ਹੈ, ਇਹਦੇ ਵਿੱਚ ਕੋਈ ਨੁਕਸ ਨਹੀਂ। ਗਲਤੀ ਮੇਰੀ ਹੈ ਵੀ ਕਥਾ ਮੈਂ ਲੇਟ ਭੋਗ ਪਾਇਆ। ਬਾਦਸ਼ਾਹ ਸਰਕਾਰ ਦਾ ਵੀ ਕਹਿੰਦੇ ਵੀ ਇਹਨੂੰ ਬਚਾਉਣ ਵਾਸਤੇ ਇਹ ਤਰੀਕਾ ਸੋਚਿਆ ਕਿ ਬਾਦਸ਼ਾਹ ਨੇ ਸੰਸਾਂ ਨੂੰ ਸੂਲੇ 'ਤੇ ਨਹੀਂ ਟੰਗਣਾ, ਜੇ ਟੰਗ ਦਿੱਤਾ ਤਾਂ ਰਾਜੀ ਨਵੀਂ ਹੋਵੇਗੀ। ਇਹਦੇ ਤੁਹਾਡੀ ਵੀ ਇਹਦੇ ਨਾਲ ਹਿੱਸਾ-ਪੱਤੀ ਤਾਂ ਨਹੀਂ ਮਿਲੀ ਹੋਈ, ਮੈਨੂੰ ਸੂਲੇ 'ਤੇ ਟੰਗਣ ਲੱਗਾ, ਜੇ ਬਚਾਅ ਹੋਣਾ ਤਾਂ ਬਚਾ ਲਓ। ਤਾਂ ਮਹਾਤਮਾ ਨੇ ਕਿਹਾ ਕਿ ਇਹਨੂੰ ਮੈਂ ਕੀ ਬਚਾਉਣਾ, ਸ੍ਰੀ ਗੁਰੂ ਅਰਜਨ ਦੇਵ ਜੀ ਆਪੇ ਬਚਾਉਣਗੇ। ਇਹ ਵੀ ਮੈਂ ਕਥਾ ਵਿੱਚ ਸੁਣਿਆ ਕਿ ਸੰਤ ਮਾਧੋ ਦਾਸ ਜੀ ਜਾਂਦੇ ਸਮਾਧੀ ਵਿੱਚ ਵੀ ਰਹਿੰਦੇ ਸਨ, ਤੇ ਉਹਨਾਂ ਨੂੰ ਦੀਨ ਦੁਨੀਆ ਦੀ ਸੋਝੀ ਘੱਟ ਹੁੰਦੀ ਸੀਗੀ। ਜਦ ਬਾਦਸ਼ਾਹ ਦੇ ਬੰਦੇ ਉਹਨਾਂ ਨੂੰ ਅੰਮ੍ਰਿਤ ਵੇਲੇ ਪੁੱਛਣ ਆਏ ਕਿ ਇਹ ਮੁੰਡੇ ਨੂੰ ਤੁਸੀਂ ਜਾਣਦੇ ਹੋ, ਇਹ ਚੋਰ ਹੈ ਕਿ ਸਾਧ ਹੈ? ਉਹ ਮਹਾਂਪੁਰਖ ਸਮਾਧੀ 'ਚ ਲੀਨ ਸੀਗੇ, ਵਾਹਿਗੁਰੂ ਨੂੰ ਕਰ ਰਹੇ। ਉਹਨਾਂ ਵੇਖਿਆ ਤਾਂ ਸਹੀ, ਤੇ ਪਰ ਮਸਤੀ ਦੇ ਵਿੱਚ ਕਹਿ ਦਿੱਤਾ, ਕਹਿੰਦੇ ਕੌਣ ਚੋਰ ਤੇ ਕੌਣ ਸਾਧ, ਸਭ ਇੱਕੋ ਜਿਹੇ ਹਨ। ਕਨਫਰਮ ਹੀ ਨਹੀਂ ਕੀਤਾ। ਉਹਨਾਂ ਆਪਣੀ ਬੇਟੀ 'ਚ ਬੋਲਿਆ, ਉਹਨਾਂ ਨੂੰ ਕਨਫਰਮ ਨਹੀਂ ਹੋਇਆ। ਇਸ ਲਈ ਉਹਨਾਂ ਸੂਲੀ ਦੇ ਟੰਗਣ ਦਾ ਹੁਕਮ ਦੇ ਦਿੱਤਾ। ਤੇ ਭਾਈ ਮਾਧੋ ਦਾਸ ਨੇ ਸਾਧ ਸੰਗਤ ਜੀ ਨੂੰ ਅਰਦਾਸ ਕੀਤੀ ਵੀ ਸੱਚੇ ਪਾਤਸ਼ਾਹ ਤੇਰੀ ਬਾਣੀ ਦੀ ਕਥਾ ਇਸ ਬੱਚੇ ਨੇ ਸੁਣੀ ਹੈ, ਇਹ ਪ੍ਰਭੂ ਦੀ ਬੰਦਗੀ ਵੀ ਜੁੜਿਆ ਹੈ,
ਤੇ ਹੁਣ ਤੈਨੂੰ ਇਹਦੀ ਲਾਜ ਹੈ। ਕਹਿੰਦੇ ਜਦ ਬਾਦਸ਼ਾਹ ਦੇ ਹੁਕਮ ਅਨੁਸਾਰ ਲੱਕੜ ਦੀ ਸੂਲੀ ਦੇ ਚੜ੍ਹਨ ਲੱਗੇ ਤਾਂ ਸੰਤ ਮਾਧੋ ਦਾਸ ਨੇ ਨੇਤਰ ਬੰਦ ਕਰਕੇ ਇਹੋ ਜਿਹੀ ਮਹਾਰਾਜ ਦੇ ਚਰਨਾਂ 'ਚ ਅਰਦਾਸ ਕੀਤੀ ਜਿਸਦੀ ਕਦੇ ਨਾ ਹੋ ਗਈ ਜਗ ਦੀ ਅਰਦਾਸ, ਦਿਲੋਂ ਲਿਖੀ ਅਰਦਾਸ ਕਿਸੇ ਮਹਾਂਪੁਰਖ ਦੀ वो महाराज व्यर्थ नहीं जान अंदर खुदा मंजूर करता है। दुआ जब दिल से होती है मुश्किल तो यही है कि ये मुश्किल से होती है। साथ संगत जीओ, कई बार साढ़े मन के विच ये होता है कि देखो जी संत ब्रह्म ज्ञानी सीगा ते मरिया गया माफ करना। संत जरनैल सिंह बारे अपने सोचते हैं ना कि जो सचमुच एडा बड़ा संत सीगा कभी ना घाण क्यों मचाया, पर सानू पता कि गुरु गोबिंद सिंह का कीता इस तरह का हुक्म होगा। साडी सोच बड़ी नीवीं पद्धर की है, पर जिहड़ी संतां दी सोच है, शहीदां दी सोच है, ये बड़ी उच्ची पद्धर की है। असीं मरण तो डरदे हां, असीं की अरदास करांगे भी हे रब सच्चिया मैनूं सुख शांति नाल बचा लवी महाराज, मेरे बच्चे मरण ना। उन्होंने ਇਹੋ ਜਿਹੇ ਸਿੰਘ ਸੀਗੇ ਸੰਤ ਮੋਹ ਸੋਹ ਵਰਗੇ, ਛੋਟੀ ਛੋਟੀਆਂ ਬੱਚੀਆਂ ਨਾਲ ਸਿੰਘਣੀ ਨਾਮ ਕਹਿੰਦੇ ਭਾਈ ਭੱਜ ਜਾਓ, ਪਰਿਵਾਰ ਵਾਲੇ ਨਾ ਇੱਥੇ ਰਿਓ, ਮੁੜ ਕੇ ਨਾ ਜੋ ਦੱਸਿਆ ਨਹੀਂ ਇੱਥੇ ਬੜੀ ਮੁਸ਼ਕਿਲ ਪੈਣੀ। ਕਹਿੰਦੇ ਬਾਬਾ ਜੀ ਵਿਆਹ ਵੀ ਤੁਸੀਂ ਕੀਤਾ, ਹਿੰਦੂ ਤੋਂ ਸਿੱਖ ਤੁਸੀਂ ਬਣਾਇਆ, ਤੇ ਬੱਚੀਆਂ ਵੀ ਤੁਹਾਡੀਆਂ ਹੀ ਨੇ, ਰੱਬ ਦੀਆਂ ਦਿੱਤੀਆਂ, ਭੱਜ ਕੇ ਕਿੱਥੇ ਜਾਵਾਂਗੇ, ਮਰਨਾ ਦੇ ਦਿਨ ਹੈ ਹੀ ਹੈ, ਇੱਥੇ ਮਰ ਗਏ ਤਾਂ ਮਹਾਰਾਜ ਕੀਤਾ ਚੜ੍ਹਦੀ ਕਲਾ ਕਰਦੇ। ਇਸ ਤਰ੍ਹਾਂ ਸੋਚ ਸੀਗੀ ਕਬੀਰ ਮੋਰੇ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕਾ ਦਵਾਰ। ਬੜੇ ਰਾਹ ਸੀਗੇ। ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਥੋੜੀ ਜਿਹੀ ਗਲੀ ਬਣੀ, ਬੜੀਆਂ ਸੰਗਤਾਂ ਕੱਢੀਆਂ। ਭਾਈ ਅਮਰੀਕ ਸਿੰਘ ਮਹਾਂਪੁਰਖਾਂ ਦਾ ਹੁਕਮ ਸੀਗਾ ਜਿਹਨੇ ਜਾਣਾ ਚਲੇ ਜਾਓ। ਭਾਈ ਮੋਹਕਮ ਸਿੰਘ ਜੀ, ਰਾਗੀ ਗੁਰਸ਼ਰਨ ਸਿੰਘ ਜੀ ਤੇ बड़े सिंह ਵਿੱਚੋਂ निकले हैं, पर ਜਿਹੜੇ अपनी मर्जी के नाल खुशी ਨਾਲ ਰਹੇ ਉਹੀ ਉੱਥੇ ਰਹੇ। कोई उन्होंने कोई दिक्कत या परेशानी की जबरदस्ती नहीं सी। महापुरुष संत करतार सिंह ने अरदास की भी हे गुरु गोबिंद सिंह तू अपने चारे के चारे बच्चे कौम के लिखे ला दिते ते मैनू तू दो दिते ने, दो दिन तू एक ही अरदास प्रवान कर, एक ही बच्चा ले ला ਜਿਹੜਾ ਤੇਰੇ ਪੰਥ ਤੋਂ ਕੁਰਬਾਨ ਹੋ ਗਏ। ਦੇਖੋ ਆਪਾਂ ਅਰਦਾਸ ਕਰਦੇ ਹਾਂ ਵੀ ਬੱਚੇ ਜਿਉਂਦੇ ਰਹਿਣ ਤੇ ਜਵਾਨੀਆਂ ਮੰਨਣ ਤੇ ਵੱਡੀ ਉਮਰ ਕਰਕੇ ਫਿਰ ਚੜ੍ਹਾਈ ਕਰ, ਬਾਲ ਬੱਚਿਆਂ ਦਾ ਸੁਖ ਵੇਖਣ। ਪਰ ਸੰਤ ਕਰਤਾਰ ਸਿੰਘ ਨੇ ਅਰਦਾਸ ਕੀਤੀ कि मेरा एक बच्चा तेरे लेखे लग जाए। तो इस वास्ते सब कुछ हुक्म दे है, ये बारे आप समझ नहीं सकते। गुरु साहब कृपा करना उन्होंने कुर्बानी मजबूर नहीं जाती। कलगीधर महाराज तो देखो कितना खून डुले इस धरती पर। आपे महाराज को लाज वो तो वेख लिया रहो विचार। कोई भी संत है, कोई भी साधु है, कोई भी शहीद है, वो कभी अरदास नहीं करता कि महाराज मेरा शरीर बचिया रहे मैं बना ना। हाँ ये जरूर करता भी सिक्की सिख न जाए, सिर जावे तो जाए मेरा सिक्की सिख न जाए। तो बुढ़े होकर जरूर हर बुढ़े रगड़ने जवानी की महाराज लेके लग जाए। क्यों साथ संगत जी वो बच्चे को कोई भैन नहीं सी। जिन निरभओ जिन हर निरभओ ध्याया जी, इनका भओ सब वासी। पै काबू को दे देने न मान ज्ञान, कहो नानक सुन ले मना ज्ञानी करके। खुद पंजे पातशाह शब्दां दे सरताज बने, तकी तवी तो पैर नहीं मलिया मरण तो नहीं लड़े। नामी पातशाह को तेग बहादुर महाराज घबराई नहीं। तो एक सिक्खी की लाइन है। जब भाई माधवदास जी ने सतगुरु अर्जन देव जी के चरणों में अरदास की, नेत्र बंद करके तो सुखी लकड़ के विचों हरियां लगा निकल के
धरती में आ लगियाँ तो लड़की को कुछ भी नहीं होया। वो लकड़ जी नरम लै गए। जब ढिड बनने ढिड च घुमाउण लगे वो लकड़ खुली नहीं, वो शक्ति खत्म हो गई, वो नरम हो गई। फिर उन्हें लोहे की सूली बड़ी, वो भी मूँह में ढल के धरती में आ लगी। ये देख के बादशाह ने महापुरखों ने चरण पड़े, ये माफ़ी मंगी। तब बहादुर दास ने कहा माफ़ी मंगनी है तो सतगुरां दी बोलो जिन्हों की कृपा करके लड़का बचिया है। तब बादशाह ने सतगुरां के दर्शन करने लिए संत बहादुर दास के चरणों के बेनती की। तो संत बहादुर दास बादशाह के लड़के को लैके श्री अमृतसर साहिब श्री गुरु अर्जन देव महाराज के चरणों में पहुँचे। तो सतगुरां ने जो साध संगत जी को रहरस का पाठ उठा रहे थे, जोड़े संत रहरस के हैं भाई गुरदास साहब जी उपदेश दे रहे थे। राग गुजरी महला पंजवा काहे जीवन चित्र उदम या आठ हरजी पढ़िया सैल रथ में जंतु पाए ताकर जी कागा करता है कि भाई गुरदास जी तुसी उदम करके सत्संग को क्यों प्रेरित करके आख्या कि माया बेटा करो। जब वाहिगुरू को साडा फिक्र है कि सानू माया के लेवा कोई फिक्र नहीं करना चाहिए। जहाँ आखिर हरजी उतरिया सैल रथ में जंतु पाए ताकर जी कागा करता है। देखो खुश्क पत्थरों के जीव जंतु परमात्मा ने पैदा किए, उन्होंने रिजक भी पहला ही रख दिता पत्थरों के। जिमें कोई लोहार कोई मिस्त्री किसी का अड्डा काम करता है, मान लो किसी का गड्ढा रिपेयर कर रहा है या कोई होर बड़ा काम कर रहा, मेरे वर्गा गया आख्या मिस्त्री जी दाती के दंदे कट दियो तो डंगर भुखे ने मैं पट्ठे लैन जाना कख लैन जाना जल्दी कर दियो। उन्होंने पता भी बड़ा काम काफ़ी चिर बाद होगा, निके मोटे कामों विचों नहीं खड़ी देगा। किसी के दंदे कट देते, किसी का पप्पा ला देता, किसी का हल कर देता, वो बेचड़ी उधरों हट के इधर हो जाता। ये श्री गुरु अर्जन देव जी महाराज उपदेश भाई गुरदास जी दे रहे सन, बच्चे भाई भानु राज जी आ गए। जब उन्हें सारी साखी सुनाई तो महाराज ने उस शब्द के भाई बहादुर दास ने बताए पंक्तियां चारियां मेरे बहादुर जी सत संगत मिले सो तरिया गुर प्रसाद मद पाया सुखी काश हरिया। ये दो पंक्तियां भाई बहादुर दास ने बताया जाके फिर भाई गुरदास जी कहने लगे जन पिता लोग सुध बनता कोई न किसकी तरिया सिर सिर जग संभाहे ठाकुर आही मन हो गया उड़े उड़े आवे से कोसा इस पाचे बजरे शरिया ते कम खिलावे कम चुगावे मन में सिमरण करिया सागर ने नाम दस असट से नाम ठाकुर कर तन तरिया ज्ञान नानक बल बल सब बल जाइया तेरा अंत न पार भरिया। इतना ठहरा के सिंह साहब सचखंड हरिमंदिर साहब तो जब रहरस पढ़ते हैं कि इतने बड़े ठहरा दे के बाणी पढ़ने की तरह समाप्ति हो गई है। दोबारा तो फिर पंक्तियाँ पढ़ दी बाणी पढ़ दिया लेकिन ये है कि दोबारा तो ठहरा के कितने पंक्ति पढ़ी थी जितने फजे बोलनी हो वो डबल पंक्ति पढ़ दी सब नाम दस अस्त्र सिद्धांत ठाकुर कर तन तरिया जन नानक बल बल सद बल जाइए तेरा अंत न पार भरिया। इंद्रिया समाप्त हो गई। आप कभी सोचिया कि इतने डबल पंक्ति सिंह साहब क्यों पढ़ते हैं ठहरा क्यों पढ़ते हैं। इसका मतलब ये है कि श्री गुरु अर्जन देव साहब जी ने जो भाई गुरदास साहब जी के पासों श्री गुरु ग्रंथ साहब जी का पावन सूत्र लिखवाया से रहरास इतों तक लिखवाई सी। करतारपुर वाली भीड़ अजे भी रहरास इतों तक है। तो जोड़े 5 शब्द बनते हैं जोड़े इध तो अगले 4 शब्द ने
राग आस महला चौथा सो पुरख एक ओंकार सतगुर प्रसाद सो पुरख निरंजन हर पुरख निरंजन हरि अग्नि अपार। ये गुरु गोबिंद सिंह जी ने दमदमा साहिब वाले पावन सिंह के लिखवाई। कहू नानक हम नीच कर्मा तक दमदमा साहिब वाले स्वरूप रह रास है। ये तो अगली रह राग जी आप चौबी साहिब या दोहरे पढ़ते हैं। ये भाई मनी सिंह साहब ने 5 ग्रंथी लिखी है। ये श्री गुरु गोबिंद सिंह साहब की आज्ञा लैके लिखी है कि महाराज आप मौका बख्शो जिस मौके असी आपकी दसम बाणी में पढ़ सकिए। सो रह राज पक्के चौबी साहब के दोहरे दर्ज कर देते। ये सिंह साहब बंधन कटवाने वाले तो दमदमी वीर की लिखारी भाई मनी सिंह साहब ने रह राज साहब बनाई है, जो सचखंड हजूर साहब कभी भी इसी तरह पढ़ी जाती है। श्रोमणी कमेटी ने मांग कर देती है कि उन्होंने अपनी मर्जी है। चंडीगढ़ के सिंह सभा वाले सारे गुरुद्वारे श्रोमणी कमेटी की मंग करके अभी जी अकाल तख्त की मर्यादा है वो भी अभी रह रास पढ़ते हैं। ऐसे गुरु घर के साडा जी लगन का इको एक यही साध संगत जी कारण है कि इतना पजामी कोई कंपलसरी है पजामा कोई पावे ना पाए कोले तुम्हारे की सेवा हो सकती है। तो दूसरा इतने बाणी पूरी पढ़ी जाती है क्योंकि इतने संस्था की संगत है। 5 बाणियां भी पूरी अवसर रास भी बड़ी इस करके दिल लगा ये कारण है मुख आपके दर्शन से ना कोई चाह। सतगुरां दा उपदेश सुन के जो लड़के को ज्ञान हो गया कि संसार के मां प्यो स्त्री पुत्र भरा होर सुनने किसी का कोई सहायक नहीं तो वो हृदय को मोह दूर हो गया। साध संगत जी को ब्रह्म ज्ञान हो गया। गुरु ने ब्रह्म ज्ञानी बना देता। क्यों सतगुरु जी इस पावन शब्द की परमता कर दिया रहाऊ वालियां मेरिया पंक्तियों के विच लिख रहे हैं। कोई जाने कवन इहा जग मीत जानता कि इस जगत के विच मैनू प्यार करने वाला असली मित्र जिहड़ा है सब झूठे ने। जिस होए उल्टी रे मन उल्टी रे साकर सिंपल उल्टी रे झूठे की रे झूठ जीत रहा। सो छुटकी रे मन छुटकी रे इस तरह हमारे का वचन है। जिस होए कृपाल सोई बिद बुझै पूर्व मन ले लिया कृपा जो जद होता कोई इस विधि को समझता है ताकि निर्मल रीत मात पिता बनता सुत बंधप इष्ट मीत अर भाई जिन्हों के नाल साडा आत्मा मोह लगा होया कहते चाचे आप थकते नहीं है। जिन्हों दी परिक्रमा करते हैं जिन्हें की रात की कोई थकावट नहीं है। पूर्व जन्म के मिले संजोगी वो सारे भैन भरा मां प्यो धियां पुत्र इसलिए ये सारे पूर्वले जन्मां दे कीते कर्मां दे संयोग करके मिले हैं। कोई लैन देन का संबंध है किसी के पैसे आप देने ने दे के मुकर गए सी जिते नहीं तो अगले जन्म साढ़े धियां पुत्र बन के आ गए आपको तो होता नहीं ना। बीमारियां शुमारियां भी यही कारण बन गए। बहुत पैसा कई बार फिरता धियां पुत्रों कई माँ प्यो की सारी उम्र की कमाई किलियां के किले भी लोग खबरा चुके हैं। तुम खाना वेख लियो धियां पुत्र शराबा कबाबा नशे की हटा के पुराना कर्जा से वो लैन आए लै गए चले गए। आपको समझ नहीं है परमात्मा की खेड बड़ी अलौकिक है। आप चुनते चढ़ते नहीं थकते भी साझे ने साझे कोई किसी का नहीं है। सब असी चल जाइए दूजे
ਅੰਤ ਹੈ ਪੂਨਾ ਸਹਾਈ। ਬਾਦ ਜਾਂ ਮਰਨ ਜਾਂ ਕਿਸੇ ਦੀ ਕੀ ਸਹਾਇਤਾ ਕਰਨੀ, ਤੇ ਜਿਉਂਦਿਆਂ ਵੀ ਲੱਤ ਮਾਰ ਕੇ ਹੋ ਜਾਂਦੇ ਨੇ। ਕਈਆਂ ਨੇ ਆਪਣੇ ਬਜ਼ੁਰਗਾਂ ਨੂੰ ਤੇ ਸਰਕਾਰੀ ਆਸ਼ਰਮਾਂ ਦੇ ਜਾਂ ਸਾਂਝੀਆਂ ਥਾਵਾਂ 'ਤੇ ਰੱਖਿਆ ਹੋਇਆ ਕਿ ਸਾਡੇ ਕੋਈ ਸਮਝ ਨਹੀਂ ਲੈਂਦੇ। ਬਾਹਰਲੀਆਂ ਦੇਸ਼ਾਂ ਦਾ ਬਹੁਤ ਬੁਰਾ ਹਾਲ ਹੈ। ਲੋਕਾਂ ਦੇ 10-10 ਘਰ ਨੇ ਅਤੇ ਕਬੂਤਰਾਂ ਦੀ ਤਰ੍ਹਾਂ ਬਾਹਰ ਨੂੰ ਕੋਈ ਗੱਲ ਕਰਨ ਵਾਲਾ ਸਾਡੇ ਘਰ ਆਵੇ, ਸਾਡੇ ਲਾਗੇ ਕੋਲ ਕੰਮ ਹੀ ਇੰਨਾ ਹੈ। ਧੀਆਂ ਪੁੱਤਾਂ ਨੂੰ ਟਾਈਮ ਹੀ ਨਹੀਂ ਕਿ ਮਾਂ ਪਿਓ ਦੇ ਨਾਲ ਕੋਈ ਉਹ ਬਚਨ ਸਾਂਝੇ ਕਰੀਏ। ਕੋਈ ਵੱਲਾ ਵਾਂਝਾ ਹੈ ਜਿਹੜੇ ਮਾਂ ਪਿਓ ਨੂੰ ਸਤਿ ਸ੍ਰੀ ਅਕਾਲ ਕਰਵਾਉਂਦਾ ਅਤੇ ਸਵੇਰ ਸ਼ਾਮ ਦਰਸ਼ਨ ਕਰਦਾ, ਗੋਡੀਆਂ ਚਲਾਉਂਦਾ, ਬਜ਼ੁਰਗਾਂ ਨੂੰ ਚਾਹ ਪਾਣੀ ਦਿੰਦਾ, ਠੰਡਾ ਠੰਡਾ ਤੱਤਾ ਸਤਿਕਾਰ ਕਰਦਾ, ਉਹਨਾਂ ਦਾ ਇਲਾਜ ਕਰਾਉਂਦਾ ਅਤੇ ਰਾਤ ਨੂੰ ਘੜੀ ਘੰਟਾ ਉਹਨਾਂ ਦੀ ਹਾਜ਼ਰੀ ਭਰਦਾ। ਗੁਰਦੁਆਰੇ ਦੀ ਸੰਗਤ ਨੂੰ ਮੈਂ ਸੋਚਦਾ ਕਿ ਰਾਤ ਨੂੰ ਜਿਹੜਾ ਮਾਂ ਪਿਓ ਦੇ ਗੋਡੇ ਲੱਗੇ ਪੈਣਾ ਇਹਦਾ ਜ਼ਿਆਦਾ ਫਰਜ਼ ਹੈ ਜੇ ਮੈਂ ਗਲਤ ਨਾ ਕੀਤਾ ਹੋਇਆ, ਕਿਉਂਕਿ ਦੁਨੀਆ ਦਾ ਰੱਬ ਤਾਂ ਆਪਾਂ ਵੇਖਿਆ ਨਹੀਂ ਕਿ ਤਾਂ ਕਿੱਥੇ ਹੈ ਪਰਮਾਤਮਾ। ਜੋ ਮਹਾਰਾਜ ਨੇ ਸਾਨੂੰ ਸਿਖਾਇਆ ਹੈ, ਦੁਨੀਆ ਦਾ ਭਗਵਾਨ ਸਾਡੀ ਮਾਂ ਹੈ, ਸਾਡਾ ਪਿਓ ਹੈ, ਜਿਹਨੇ ਸਾਨੂੰ ਸੰਸਾਰ ਦੇ ਵਿੱਚ ਦਰਸ਼ਨ ਕਰਾਏ ਅਤੇ ਸਾਨੂੰ ਇਹ ਸਭ ਕੁਛ ਦੇ ਯੋਗ ਬਣਾਇਆ। ਬਾਂਹ ਤੋਂ ਫੜ ਕੇ ਤੁਰਨਾ ਸਿਖਾਇਆ, ਗੁਰਦੁਆਰੇ ਦਾ ਰਾਹ ਦੱਸਿਆ, ਕੂੜਾ ਪੜਾਇਆ, ਇਹ ਸਾਰਾ ਕੁਛ ਸਾਨੂੰ ਉਹਨਾਂ ਨੇ। ਇਸ ਲਈ ਸਾਡੇ ਵੀ ਭਗਵਾਨ ਨੇ, ਰੱਬ ਦਾ ਰੂਪ ਨੇ। ਰੱਬ ਨੇ ਕਿਸੇ ਨੂੰ ਆਗੇ ਸਮਝਾਉਂਦਾ, ਮਾਂ ਪਿਓ ਵੀ ਸਮਝਾਉਂਦੇ ਨੇ ਵੀ ਪੁੱਤ ਆਹ ਗੱਲ ਨਹੀਂ ਕਰਨੀ, ਉਹ ਇੰਝ ਹੈ। ਸੋ ਕੋਈ ਵੇਲਾ ਬਣਦਾ ਹੈ। ਅਤੇ ਵੈਸੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਆਤਮਿਕ ਤੌਰ 'ਤੇ, ਅਧਿਆਤਮਿਕ ਤੌਰ 'ਤੇ ਕੋਈ ਕਿਸੇ ਦਾ ਸਹਾਇਕ ਨਹੀਂ ਹੈ। ਮੁਕਤ ਮਾਲ ਕਨਕ ਲਾਲ ਹੀਰਾ, ਮਨ ਰੰਜਨ ਕੀ ਮਾਇਆ। ਕਰਤ ਬਿਹਾਨੀ ਅਬਦ ਹੈ, ਤਾਮ ਹੈ ਸੰਤੋਖ ਨਾ ਪਾਇਆ। ਹਸਤ ਰਥ ਅਸਬ ਪਵਨ ਤੇਜ, ਧਣੀ ਭੂਮਨ ਚਤੁਰਾਂਗਾ। ਸੰਗ ਨਾ ਚਾਲਿਓ ਇਨ ਮੈਂ ਕਛੂਐ, ਊਠ ਸਿਧਾਇਓ ਨਾਗਾ। ਹਰ ਕੀ ਸੰਤ ਪ੍ਰੀਤਮ ਪ੍ਰਭ ਕੇ, ਤਾਕੈ ਹਰ ਹਰ ਗਾਈਐ। ਨਾਨਕ ਇਹਾ ਸੁਖ ਆਗੈ ਮੁਖ ਉਜਲ, ਸੰਗ ਸੰਤਨ ਕੈ ਪਾਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਗੁਰੂ ਮਹਲਾ ਤੀਜਾ।